ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 631 ਤੋਂ ਲੈ ਕੇ 632 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਸੁਨੋ ਬੇਨੰਤੀ ਠਾकुर मेरे, जी जंत तेरे तारे। राख पैज नाम अपने की, करन करावन हारे। प्रभ जियो खसमाना कर प्यारे, बुरे भले हम थारे। रहाओ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਹੇ ਪਰਮੇਸ਼ਰ ਜੀ, ਸਾਡੀ ਬੇਨਤੀ ਸੁਣੋ। ਸਾਰੇ ਜੀ ਜਨਤਾ ਨੂੰ ਤੁਹਾਡਾ ਹੀ ਆਸਰਾ ਹੈ। ਸਾਰੇ ਤੁਸੀਂ ਹੀ ਪੈਦਾ ਕੀਤੇ ਨੇ। ਕਹਿੰਦੇ ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ ਸੁਆਮੀ। ਆਪਦੇ ਨਾਮ ਦੀ ਪੈਜ ਰੱਖੋ, ਸਾਡੀ ਲਾਜ ਰੱਖੋ। ਆਪ ਆਪਣਾ ਸਾਡੇ ਮਾਲਕ ਹੋਣ ਦਾ ਫਰਜ਼ ਨਿਭਾਓ। ਚਾਹੇ ਅਸੀਂ ਚੰਗੇ ਹਾਂ, ਚਾਹੇ ਅਸੀਂ ਮਾੜੇ ਹਾਂ, ਪਰ ਹੈ ਤੁਹਾਡੇ ਹਾਂ ਪਰਮੇਸ਼ਰ ਜੀ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪਹਿਰ ਸਿਰੋ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਫਿਰ ਕਹਿੰਦੇ ਪਰਮੇਸ਼ਰ ਜੀ ਨੇ ਜੀਵਾਂ ਦੀ ਅਰਦਾਸ ਸੁਣ ਕੇ ਉਹਨਾਂ ਦੇ ਸਾਰੇ ਮਾਇਆ ਦੇ ਬੰਧਨ ਕੱਟ ਦਿੱਤੇ, ਉਹਨਾਂ ਦੇ ਆਤਮਿਕ ਜੀਵਨ ਸੋਹਣੇ ਬਣਾ ਦਿੱਤੇ। ਜਿਸ ਵੀ ਸੇਵਕ ਜਨ ਨੂੰ ਪਰਮੇਸ਼ਰ ਨੇ ਆਦਰ ਦਿੱਤਾ, ਸਨਮਾਨ ਦਿੱਤਾ, ਆਪਣੇ ਨਾਲ ਮੇਲ ਲਿਆ, ਉਹ ਕਹਿੰਦੇ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਗਿਆ। ਉਹਦੇ ਬਾਰੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਸ ਜੀਵ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਣ ਪਾ ਲਈ ਆ। ਸੋਰਠ ਮਹੱਲਾ ਪੰਜਵਾਂ। ਜੀ ਜੰਤ ਸਭ ਵਸ ਕਰ ਦੀਨੇ, ਸੇਵਕ ਸਭ ਦਰਬਾਰੇ। ਅੰਗੀਕਾਰ ਕੀਓ ਪ੍ਰਭ ਆਪਣੇ, ਪਵ ਨਿਧ ਪਾਰ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ। ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਸੋਭਾ ਪਾਉਂਦੇ ਨੇ, ਪਰਮੇਸ਼ਰ ਨੇ ਉਹਨਾਂ ਦੇ ਅਧੀਨ ਸਭ ਨੂੰ ਕਰ ਦਿੱਤਾ। ਜਿਹੜੇ ਪਰਮੇਸ਼ਰ ਦਾ ਨਾਮ ਜਪ ਕੇ ਪ੍ਰਗਟ ਹੋ ਗਏ, ਦੂਸਰੇ ਜੀਵ ਉਹਨਾਂ ਦੀ ਸੋਭਾ ਕਰਦੇ ਨੇ। ਜਿਨ੍ਹਾਂ ਦਾ ਪੱਖ ਪਰਮੇਸ਼ਰ ਨੇ ਆਪ ਪੂਰਿਆ, ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲਿਆ ਆਪਣਾ ਨਾਮ ਦੀ ਦਾਤ ਦੇ ਕੇ। ਸੰਤਾਂ ਦੇ ਸਾਰੇ ਕਾਰਜ ਪਰਮੇਸ਼ਰ ਨੇ ਆਪ ਸਵਾਰ ਦਿੱਤੇ। ਕਹਿੰਦੇ ਹੇ ਸਾਡੇ ਗਰੀਬਾਂ 'ਤੇ ਰੱਖਿਆ ਕਰਨ ਵਾਲੇ ਦਿਆਲੂ ਪਰਮੇਸ਼ਰ ਜੀ, ਕਿਰਪਾਲੂ ਪਰਮੇਸ਼ਰ ਜੀ, ਕਿਰਪਾ ਦੇ ਖਜ਼ਾਨੇ, ਤੁਸੀਂ ਸਾਡੇ ਸੁਆਮੀ ਹੋ। ਆਓ ਬੈਠ ਆਦਰ ਸਭ ਥਾਈ, ਊਨ ਨਕਤ ਹੂੰ ਬਾਤਾ। ਭਗਤ ਸਿਰੋ ਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਕਹਿੰਦੇ ਜਿਹੜੇ ਸੇਵਕ ਜਨ ਪਰਮੇਸ਼ਰ ਦਾ ਨਾਮ ਜਪਦੇ ਨੇ, ਪਰਮੇਸ਼ਰ ਦੇ ਦਰਗਾਹ ਦੇ ਵਿੱਚ ਸੋਭਾ ਪਾਉਂਦੇ ਨੇ, ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿੰਦੀ, ਕਿਉਂਕਿ ਪਰਮੇਸ਼ਰ ਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ। ਪਰਮੇਸ਼ਰ ਦੇ ਘਰ ਸਭੇ ਹੀ ਪਦਾਰਥ ਨੇ। ਜਿਨ੍ਹਾਂ ਨੂੰ ਕਹਿੰਦੇ ਆਪ ਭਗਤੀ ਦੀ ਵਡਿਆਈ ਦਿੱਤੀ ਆਪਣੇ ਸੇਵਕਾਂ ਨੂੰ, ਉਹਨਾਂ ਭਗਤੀ ਦੀ ਵਡਿਆਈ ਦੇ ਸਦਕਾ ਪਰਮੇਸ਼ਰ ਦਾ ਪ੍ਰਤਾਪ ਸਾਰੇ ਪਾਸੇ ਜਾਣਿਆ ਜਾਣ ਲੱਗ ਗਿਆ ਕਿ ਪਰਮੇਸ਼ਰ ਦੇ ਭਗਤ ਕਹਾਉਂਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ।
रे मन राम स्यों कर प्रीत, सरवन गोविंद गुण सुनो, और गाओ रसना गीत। रहाओ। ਹਾਂਜੀ ਸੰਗਤ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇੱਥੋਂ ਸ਼ੁਰੂ ਹੋਈ ਹੈ ਰਾਗ ਸੋਰਠ ਵਿੱਚ। ਕਹਿੰਦੇ ਹੇ ਮੇਰੇ ਮਨ ਰਾਮ ਸਿਉ ਕਰ ਪ੍ਰੀਤ, ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਜੋੜ। ਕਹਿੰਦੇ ਆਪਣੇ ਕੰਨਾਂ ਰਾਹੀਂ ਪਰਮੇਸ਼ਰ ਦਾ ਗੁਣ ਗਾਇਨ ਸੁਣ, ਆਪਣੀ ਰਸਨਾ ਰਾਹੀਂ ਪਰਮੇਸ਼ਰ ਦੀ ਸਿਫਤ ਸਲਾਹ ਕਰ। ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਹੋ ਪਤਿਤ ਪੁਨੀਤ, ਕਾਲ ਬਿਆਲ ਜਿਉ ਭਰਿਓ ਡੋਲੇ, ਮੁਖ ਪਸਾਰੇ ਮੀਤ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਸਾਧਾਂ ਦੀ ਸੰਗਤ ਕਰ, ਗੁਰੂ ਦੀ ਸ਼ਰਨ ਜਾ, ਉੱਥੇ ਪਰਮੇਸ਼ਰ ਦਾ ਨਾਮ ਸਿਮਰ, ਕਿਉਂਕਿ ਉੱਥੇ ਜਿਹੜੇ ਵਿਕਾਰੀ ਨੇ ਉਹ ਵੀ ਪਵਿੱਤਰ ਬਣ ਜਾਂਦੇ ਨੇ ਉਹਦਾ ਨਾਮ ਜਪਿਆ। ਕਹਿੰਦੇ ਨਾਮ ਜਪਣ ਦੇ ਵਿੱਚ ਢਿੱਲ ਨਾ ਕਰ। ਕਹਿੰਦੇ ਮੌਤ ਇਸ ਤਰ੍ਹਾਂ ਫਿਰ ਰਹੀ ਹੈ ਜਿਵੇਂ ਕੋਈ ਸੱਪ ਫਿਰ ਰਿਹਾ ਹੁੰਦਾ, ਕਿਸੇ ਵੀ ਵੇਲੇ ਸੱਪ ਡੰਗ ਮਾਰ ਸਕਦਾ, ਕਿਸੇ ਵੀ ਵੇਲੇ ਮੌਤ ਆ ਸਕਦੀ ਆ, ਕਿਸੇ ਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਆ। ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ, ਕਹਿ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਕਹਿੰਦੇ ਮੌਤ ਦਾ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਕਿਹੜੇ ਵੇਲੇ ਆ ਜਾਣੀ ਆ। ਆਪਣੇ ਚਿੱਤ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲਓ ਕਿ ਵਕਤ ਭੱਜਿਆ ਜਾ ਰਿਹਾ ਹੈ, ਹੁਣੇ ਹੀ ਵਕਤ ਹੈ ਕਿ ਉਹਦਾ ਨਾਮ ਜਪ ਲਈਏ। ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਆ ਦਬੋਚਣਾ, ਫਿਰ ਵਕਤ ਨਹੀਂ ਮਿਲਣਾ। ਸੋਰਠ ਮਹੱਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨ ਤੀਰਥ ਸੇਵੇ, ਚੋਟੀ ਕਾਲ ਗਹੀ। ਰਹਾਓ। ਫਿਰ ਕੀ ਹੁੰਦਾ? ਕਹਿੰਦੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਹਿੰਦੇ ਮੌਤ ਨੇ ਆ ਕੇ ਉੱਪਰੋਂ ਬੋਦੀ ਤੋਂ ਫੜ ਲੈਣਾ। ਫਿਰ ਨਾ ਤਾਂ ਕਹਿੰਦੇ ਪਰਮੇਸ਼ਰ ਦਾ ਨਾਂ ਜਪਿਆ, ਨਾ ਹੀ ਪਰਮੇਸ਼ਰ ਦੇ ਰਾਮ ਦੇ ਤੀਰਥ ਦੇ ਵਿੱਚ ਇਸ਼ਨਾਨ ਕੀਤਾ। ਫਿਰ ਮਨ ਦੀ ਜਿਹੜੀ ਇੱਛਾ ਸੀ ਉਹ ਮਨ ਦੇ ਵਿੱਚ ਹੀ ਰਹਿ ਜਾਂਦੀ ਆ, ਫਿਰ ਪਛਤਾਉਂਦਾ ਹੈ ਜੀਵ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ, ਅਵਰ ਸਗਲ ਮਿਥਿਆਏ ਜਾਨੋ, ਭਜਨ ਰਾਮ ਕੋ ਸਹੀ। ਬਾਕੀ ਹੋਰ ਸਾਰੇ ਕਹਿੰਦੇ ਇਸਤਰੀ, ਮਿੱਤਰ, ਪੁੱਤਰ, ਰਥ, ਸੰਪਤ, ਸਭ ਧਨ ਠੀਕ ਹੈ, ਪਰ ਕਹਿੰਦੇ ਇਹ ਸਾਰਾ ਝੂਠਾ ਹੈ। ਜੋ ਧਨ ਸੱਚਾ ਹੈ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਸੱਚਾ ਧਨ ਸਮਝ, ਜਿਹਨੇ ਸਦਾ ਹੀ ਸੰਗ ਰਹਿਣਾ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਕਹਿੰਦੇ ਇਸ ਤਰ੍ਹਾਂ ਜੀਵ ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚੋਂ ਕਹਿੰਦੇ ਜੂਨਾਂ ਦੇ ਵਿੱਚੋਂ ਭਟਕਦਾ ਭਟਕਦਾ ਇਹ ਮਨੁੱਖਾ ਜੀਵਨ ਉਹਨੂੰ ਮਿਲਿਆ। ਫਿਰ ਕਹਿੰਦੇ ਜਿਹੜਾ ਇਹ ਮਨੁੱਖਾ ਜੀਵਨ ਆ ਇਹਦੇ ਵਿੱਚ ਹੀ ਪਰਮਾਤਮਾ ਦੇ ਨਾਲ ਮੇਲ ਹੋ ਸਕਦਾ ਅਤੇ ਆਵਾਗਮਨ ਤੋਂ ਛੁਟਕਾਰਾ ਮਿਲ ਸਕਦਾ। ਫਿਰ ਕਹਿੰਦੇ ਜਦੋਂ ਪਤਾ ਹੈ ਕਿ ਪਰਮੇਸ਼ਰ ਦਾ ਨਾਮ ਜਪਿਆ ਹੀ ਸਭ ਕੁਛ ਮਿਲ ਸਕਦਾ, ਫਿਰ ਪਰਮੇਸ਼ਰ ਦਾ ਨਾਮ ਜੀਵ ਜਪਦਾ ਕਿਉਂ ਨਹੀਂ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਰਹਾਓ। ਹਾਂਜੀ ਸੰਗਤ ਜੀ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਹੇ ਮੇਰੇ ਮਨ, ਤੂੰ ਕਿਸ ਤਰ੍ਹਾਂ ਦੀ ਮਾੜੀ ਮੱਤ ਗ੍ਰਹਿਣ ਕਰ ਲਈ ਆ। ਕਹਿੰਦੇ ਤੂੰ ਪਰਾਏ ਧਨ, ਪਰਾਈ ਇਸਤਰੀ ਦੇ ਪਿਆਰ ਵਿੱਚ ਰਚਿਆ ਹੋਇਆ, ਪਰ ਤੂੰ ਪਰਮੇਸ਼ਰ ਦੀ ਭਗਤੀ ਨਹੀਂ ਕਰ ਰਿਹਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ,
ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਕਹਿੰਦੇ ਹੇ ਜੀਵ, ਤੂੰ ਜੋ ਸੰਸਾਰਿਕ ਪਦਾਰਥ ਨੇ, ਸੰਸਾਰਿਕ ਮਾਇਆ ਦਾ ਧਨ ਆ, ਉਹ ਇਕੱਠਾ ਕਰਨ 'ਤੇ ਤਾਂ ਤੂੰ ਕਹਿੰਦੇ ਰੁੱਝ ਗਿਆ, ਪਰ ਕਹਿੰਦੇ ਜਿਸ ਧਨ ਨੂੰ ਇਕੱਠਾ ਕਰਿਆ ਤੈਨੂੰ ਮੁਕਤੀ ਮਿਲਣੀ ਸੀ, ਉਸ ਧਨ ਵੱਲ ਤੂੰ ਗਿਆ ਨਹੀਂ। ਉਹ ਧਨ ਪਰਮੇਸ਼ਰ ਦਾ ਨਾਮ ਧਨ। ਕਹਿੰਦੇ ਜਿਹੜਾ ਇਹ ਬਾਕੀ ਦਾ ਧਨ ਹੈ, ਇਹਨੇ ਤੇਰੇ ਨਾਲ ਅੰਤ ਤੱਕ ਨਹੀਂ ਜਾਣਾ। ਤੂੰ ਕਹਿੰਦੇ ਬੇਫਜ਼ੂਲ ਬੇਅਰਥ ਦੇ ਵਿੱਚ ਆਪਣਾ ਜਨਮ ਇਹਦੇ ਵਿੱਚ ਗਵਾ ਲਿਆ, ਮਾਇਆ ਦੇ ਬੰਧਨ ਵਿੱਚ ਪੈ ਕੇ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕੁਛ ਗਿਆਨਾ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਟ ਹੀ ਮਾਹੇ ਨਿਰੰਜਨ ਤੇਰੈ, ਤੈ ਖੋਜਤ ਉਦਿਆਨਾ। ਕਹਿੰਦੇ ਹੇ ਜੀਵ, ਨਾ ਤਾਂ ਤੂੰ ਪਰਮੇਸ਼ਰ ਦਾ ਨਾਮ ਜਪਿਆ, ਨਾ ਹੀ ਤੂੰ ਕਹਿੰਦੇ ਕਿਸੇ ਗੁਰੂ ਦੀ ਸ਼ਰਨ ਵਿੱਚ ਪਿਆ, ਤੈਨੂੰ ਕੋਈ ਆਤਮਿਕ ਗਿਆਨ ਨਹੀਂ ਹੋਇਆ ਹੈ। ਪਰਮੇਸ਼ਰ ਜੋ ਕਿ ਮਾਇਆ ਤੋਂ ਨਿਰੰਜਨ ਹੈ, ਨਿਰਲੇਪ ਹੈ, ਉਹ ਤੇਰੇ ਅੰਦਰ ਹੀ ਹੈ, ਪਰ ਤੂੰ ਉਹਨੂੰ ਲੱਭਣ ਲਈ ਬਾਹਰ ਜੰਗਲਾਂ 'ਚ ਭਟਕ ਰਿਹਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਕਹਿੰਦੇ ਤੂੰ ਬਹੁਤ ਜਨਮਾਂ ਦੇ ਵਿੱਚ ਭਟਕਦਾ ਆਇਆ, ਤੈਨੂੰ ਕਹਿੰਦੇ ਕੋਈ ਇਸ ਤਰ੍ਹਾਂ ਦੀ ਮੱਤ ਨਹੀਂ ਮਿਲੀ ਜਿੱਥੋਂ ਤੈਨੂੰ ਪਤਾ ਲੱਗ ਸਕਦਾ ਕਿ ਜੀਵਨ ਦੀ ਅਸਲੀਅਤ ਕੀ ਹੈ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪ ਕੇ ਜਿਹੜੀ ਇਹ ਮਨੁੱਖਾ ਦੇਹ ਪਾਈ ਆ, ਇਹਨੂੰ ਸਫਲ ਕੀਤਾ ਜਾ ਸਕਦਾ। ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਜਪ ਕੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਈ ਜਾ ਸਕਦੀ ਹੈ, ਜਿੱਥੇ ਪਰਮੇਸ਼ਰ ਦੇ ਨਾਲ ਲੀਨਤਾ ਹੋ ਜਾਂਦੀ ਹੈ। ਸੋਰਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ, ਤਾਕੋ ਜਸ ਉਰ ਤਾਰੋ। ਰਹਾਓ। ਹਾਂਜੀ ਸੰਗਤ ਜੀ, ਇੱਥੇ ਪਾਤਸ਼ਾਹ ਥੋੜ੍ਹੇ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਰਹੇ ਨੇ, ਜੋ ਆਪਾਂ ਅੱਜ ਦੀ ਪੀੜ੍ਹੀ ਆ, ਤਕਰੀਬਨ ਸਾਨੂੰ ਇਹਨਾਂ ਸਾਖੀਆਂ ਬਾਰੇ ਥੋੜ੍ਹਾ ਪਤਾ ਹੈ, ਪਰ ਆਪਾਂ ਬਿਲਕੁਲ ਹੀ ਸੰਖੇਪ ਦੇ ਵਿੱਚ ਇਹਨਾਂ ਸਾਖੀਆਂ ਦਾ ਮਾੜਾ ਜ਼ਿਕਰ ਕਰਦੇ ਹਾਂ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਜੇ ਨਾ ਪਤਾ ਹੋਵੇ ਤਾਂ ਥੋੜ੍ਹਾ ਉਹਨਾਂ ਨੂੰ ਪਤਾ ਲੱਗ ਸਕੇ। ਇੱਥੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਹੇ ਮੇਰੇ ਮਨ, ਪਰਮੇਸ਼ਰ ਦੀ ਸ਼ਰਨ ਦਾ ਵਿਚਾਰ ਕਰ, ਪਰਮੇਸ਼ਰ ਦੀ ਸ਼ਰਨ ਵਿੱਚ ਰਹਿ, ਪਰਮੇਸ਼ਰ ਦਾ ਨਾਮ ਜਪ। ਜਿਸ ਦਾ ਨਾਮ ਜਪਿਆ, ਜਿਸ ਦੀ ਸਿਫਤ ਸਲਾਹ ਕਰਿਆ, ਗਣਕਾ ਦਾ ਵੀ ਉਧਾਰ ਹੋ ਗਿਆ। ਗਣਕਾ ਹੈ ਇੱਕ ਵੇਸ਼ਵਾ ਦਾ ਨਾਮ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਕ ਮੀਂਹ ਪੈਣ ਦੇ ਕਾਰਨ ਕੋਈ ਸਾਧੂ ਸੰਤ ਉਹਦੇ ਘਰ ਦੇ ਬਾਹਰ ਖੜ੍ਹੇ ਸੀ, ਤਾਂ ਆਸਰਾ ਲੈਣ ਲਈ ਕਿ ਮੀਂਹ ਬਹੁਤ ਜ਼ਿਆਦਾ ਸੀ ਤਾਂ ਅੰਦਰ ਚਲੇ ਗਏ। ਤਾਂ ਉਹਨਾਂ ਦੇ ਕੋਲ ਇੱਕ ਤੋਤਾ ਸੀ, ਜੋ ਤੋਤਾ ਉਹਨਾਂ ਦੇ ਨਾਲ ਰਹਿਣ ਕਰਕੇ ਰਾਮ ਨਾਮ ਜਪਦਾ ਸੀ। ਜਾਣ ਲੱਗਿਆਂ ਉਹ ਤੋਤਾ ਗਣਕਾ ਨੂੰ ਦੇ ਗਏ। ਤੋਤੇ ਤੋਂ ਰਾਮ ਦਾ ਨਾਮ ਸੁਣ ਕੇ ਗਣਕਾ ਵੀ ਰਾਮ ਦਾ ਨਾਮ ਜਪਣ ਲੱਗ ਗਈ। ਇਸ ਤਰ੍ਹਾਂ ਉਸਦੇ ਜੀਵਨ ਦਾ ਉਧਾਰ ਹੋ ਗਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਅਟਲ ਪਿਓ ਤੂੰ ਜਾ ਕੈ ਸਿਮਰਨ, ਅਰ ਨਿਰਪੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਵਿਸਰਾਇਆ। ਫਿਰ ਕਹਿੰਦੇ ਧਰੂ ਭਗਤ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨੇ ਕਹਿੰਦੇ ਨਿਰਭੈ ਪਦ ਪਾ ਲਿਆ, ਅਟਲ ਪਦ ਵੀ ਪਾ ਲਈ। ਉਹ ਪਰਮੇਸ਼ਰ ਜੋ ਸਾਡੇ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਕਹਿੰਦੇ ਤੂੰ ਕਿਉਂ ਆਪਣੇ ਚੇਤੇ ਤੋਂ ਉਹਨੂੰ ਵਿਸਾਰ ਦਿੱਤਾ ਹੈ?
ਧਰੂਵ ਭਗਤ ਜੀ ਦੀ ਸਾਖੀ ਵੀ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੇ ਰਾਜੇ ਦੇ ਪੁੱਤਰ ਸੀ, ਪਰ ਮਤਰੇਈ ਮਾਂ ਦੇ ਕਹਿਣ 'ਤੇ ਰਾਜੇ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਇਹਨਾਂ ਦੀ ਮਾਂ ਨੂੰ ਵੀ ਰਾਜ ਦੇ ਵਿੱਚੋਂ ਕੱਢ ਦਿੱਤਾ। ਤਾਂ ਮਾਤਾ ਨੇ ਕਿਹਾ, ਪੁੱਤਰ ਮੈਂ ਹੁਣ ਰਾਣੀ ਹਾਂ, ਪਰ ਕਿਉਂਕਿ ਮੇਰੀ ਨਾਮ ਦੀ ਕਮਾਈ ਨਹੀਂ, ਇਸ ਕਰਕੇ ਮੈਂ ਦਾਸੀ ਹਾਂ, ਅਤੇ ਹੁਣ ਤੂੰ ਨਾਮ ਜਪ। ਫਿਰ ਸ਼ਾਇਦ ਨਾਰਦ ਜੀ ਨੇ ਇਹਨਾਂ ਨੂੰ ਕਿਹਾ ਕਿ ਪਰਮੇਸ਼ਰ ਦਾ ਨਾਮ ਜਪੋ। ਜਦੋਂ ਇਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ ਤਾਂ ਰਾਜੇ ਨੇ ਵਾਪਸ ਬੁਲਾ ਲਿਆ ਕਿ ਤੈਨੂੰ ਅੱਧਾ ਰਾਜ ਦੇ ਰਿਹਾ। ਫਿਰ ਇਹਨਾਂ ਨੇ ਕਿਹਾ ਵੀ ਅਜੇ ਤਾਂ ਸ਼ੁਰੂਆਤ ਹੀ ਕੀਤੀ ਆ, ਅੱਧਾ ਰਾਜ ਵਾਪਸ ਦੇ ਰਿਹਾ, ਅਤੇ ਜੇ ਪੂਰਾ ਜੀਵਨ ਹੀ ਉਹਦਾ ਨਾਮ ਜਪਿਆ ਤੇ ਪਤਾ ਨਹੀਂ ਪਰਮੇਸ਼ਰ ਨੇ ਕੀ ਰਹਿਮਤ ਕਰ ਦੇਣੀ ਆ। ਛੋਟੇ 5 ਸਾਲ ਦੀ ਉਮਰ ਦੇ ਵਿੱਚ ਬਾਹਰ ਜੰਗਲਾਂ ਵਿੱਚ ਚਲੇ ਗਏ ਸੀ, ਉੱਥੇ ਪਰਮੇਸ਼ਰ ਦਾ ਨਾਮ ਜਪਿਆ ਤੇ ਪੂਰਨ ਪਦ ਪ੍ਰਾਪਤ ਕੀਤਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਜਬ ਹੀ ਸਰਨ ਗਹੀ ਕਿਰਪਾ ਨਿਦ, ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਇਸ ਤਰ੍ਹਾਂ ਕਹਿੰਦੇ ਨੇ ਕੋਈ ਜਿਸ ਤਰ੍ਹਾਂ ਸਵਰਗ ਦਾ ਕੋਈ ਗੰਧਰਵ ਸੀਗਾ ਜਿਹਨੂੰ ਸਰਾਪ ਮਿਲਿਆ ਸੀ, ਉਹ ਹਾਥੀ ਦੀ ਜੂਨ ਵਿੱਚ ਪਿਆ ਸੀ, ਤਾਂ ਤਲਾਬ ਦੇ ਵਿੱਚ ਤੰਦੂਏ ਨੇ ਉਹਨੂੰ ਜਕੜ ਲਿਆ ਅਤੇ ਉੱਥੇ ਫਿਰ ਪਰਮੇਸ਼ਰ ਦਾ ਨਾਮ ਜਪਿਆ ਤਾਂ ਇਹ ਹਾਥੀ ਦੇ ਜੋ ਹੁਣ ਜੂਨ ਦੇ ਵਿੱਚ ਸੀ, ਤਾਂ ਇਹ ਤੰਦੂਏ ਤੋਂ ਉਹਨੂੰ ਛੁਟਕਾਰਾ ਹੋਇਆ, ਤਾਂ ਦੁੱਖਾਂ ਤੋਂ ਛੁਟਕਾਰਾ ਹੋਇਆ ਉਸ ਪਰਮੇਸ਼ਰ ਦਾ ਨਾਮ ਜਪਣ ਕਰਕੇ। ਇਹ ਦੱਸ ਰਹੇ ਨੇ ਕਿ ਵੀ ਜਦੋਂ ਵੀ ਇਸ ਹਾਥੀ ਨੇ, ਜੋ ਕਿ ਗੰਧਰਵ ਸੀ, ਹੁਣ ਜੂਨੀ ਹਾਥੀ ਦੇ ਵਿੱਚ ਪਿਆ ਸੀ, ਪਰਮੇਸ਼ਰ ਦੀ ਸ਼ਰਨ ਮੰਗੀ ਤਾਂ ਫਿਰ ਪਰਮੇਸ਼ਰ ਨੇ ਕਿਰਪਾ ਕਰਕੇ ਇਹਦੇ ਦੁੱਖਾਂ ਦਾ ਨਾਸ਼ ਕਰ ਦਿੱਤਾ। ਕਹਿੰਦੇ ਉਸ ਨਾਮ ਦੀ ਕਿਹੜੀ ਕਿਹੜੀ ਮਹਿਮਾ ਵਰਣਨ ਕਰੀਏ, ਜਿਹਦਾ ਨਾਮ ਜਪਿਆ ਸਾਡੇ ਸਾਰੇ ਵਿਕਾਰਾਂ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ। ਕਿਹੜੀ ਕਿਹੜੀ ਮਹਿਮਾ ਉਹਦੀ ਬਿਆਨ ਕਰੀਏ, ਬੇਅੰਤ ਹੈ ਉਹਦੇ ਗੁਣ ਗਿਣੇ ਨਹੀਂ ਜਾ ਸਕਦੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰੈ ਪਾਰਾ। ਫਿਰ ਕਹਿੰਦੇ ਅਜਾਮਲ ਜਿਹਨੂੰ ਸਾਰੇ ਜਾਣਦੇ ਨੇ ਕਿ ਇੱਕ ਪਲ ਵਿੱਚ ਪਰਮੇਸ਼ਰ ਦਾ ਨਾਮ ਜਪਣ ਕਰਕੇ ਉਹਦਾ ਵੀ ਉਧਾਰ ਹੋ ਗਿਆ। ਫਿਰ ਨਾਨਕ ਜੀ ਕਹਿੰਦੇ ਨੇ, ਹੇ ਜੀਵ, ਤੂੰ ਉਹ ਪਰਮੇਸ਼ਰ ਜੋ ਸਾਡੀਆਂ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲਾ ਹੈ, ਤੂੰ ਵੀ ਉਹਦਾ ਪਰਮੇਸ਼ਰ ਦਾ ਨਾਮ ਜਪ, ਤੂੰ ਇਸ ਸੰਸਾਰ ਦੇ ਭਵਜਲ ਤੋਂ ਤਰ ਜਾਏਗਾ। ਅਜਾਮਲ ਵੀ ਇੱਕ ਕੋਈ ਵੇਸ਼ਵਾਗਾਮੀ ਸੀ, ਇੱਕ ਵੇਸ਼ਵਾ ਦੇ ਘਰੋਂ ਉਹਦੇ ਪੁੱਤਰ ਦੀ ਦਾਤ ਹੋਈ। ਫਿਰ ਉਸਨੇ ਉਹਦਾ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ, ਅਤੇ ਜਿੱਥੋਂ ਉਹਨੂੰ ਨਾਰਾਇਣ ਦਾ ਨਾਮ ਜਪਣ ਦੀ ਆਦਤ ਪੈ ਗਈ, ਇਸ ਤਰ੍ਹਾਂ ਨਾਰਾਇਣ ਦਾ ਨਾਮ ਜਪਦਿਆਂ ਇਸ ਅਜਾਮਲ ਦਾ ਵੀ ਪਾਰ ਉਤਾਰਾ ਹੋ ਗਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਪ੍ਰਾਨੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ ਰਹਾਓ। ਹਾਂਜੀ ਸੰਗਤ ਜੀ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪ੍ਰਾਣੀ ਕੀ ਕੰਮ ਕਰੇ ਜਿਸ ਦੇ ਨਾਲ ਉਹਨੂੰ ਪਰਮੇਸ਼ਰ ਦੀ ਭਗਤੀ ਦੀ ਦਾਤ ਮਿਲ ਜਾਏ ਅਤੇ ਉਹਦੇ ਕੋਲੋਂ ਜਮਾਂ ਦਾ ਡਰ ਭੱਜ ਜਾਏ। ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰਈ, ਕੌਣ ਨਾਮ ਗੁਰ ਜਾ ਕੈ ਸਿਮਰੈ, ਭਵ ਸਾਗਰ ਕੋ ਤਰਈ। ਕਹਿੰਦੇ ਉਹ ਕਿਹੜਾ ਕਰਮ ਕਰੇ ਜੀਵ, ਉਹ ਕਿਹੜੀ ਵਿਦਿਆ ਪੜ੍ਹੇ, ਕਿਸ ਤਰ੍ਹਾਂ ਦਾ ਧਰਮ ਕਮਾਏ, ਕਿਹੜੇ ਗੁਰੂ ਤੋਂ ਨਾਮ ਪੁੱਛ ਕੇ ਜਪੇ, ਜਿਸ ਦੇ ਨਾਲ ਇਸ ਸੰਸਾਰ ਦੇ ਭਵ ਸਾਗਰ ਨੂੰ ਜੀਵ ਤਰ ਜਾਏ। ਪਹਿਲਾਂ ਤਾਂ ਇਹ ਕਹਿ ਰਹੇ ਨੇ ਨਾ ਵੀ ਕੀ ਕੰਮ ਕਰੇ ਜੀਵ, ਫਿਰ ਹੁਣ ਆਪ ਹੀ ਦੱਸ ਰਹੇ ਨੇ, ਕਲ ਮੈਂ ਏਕ ਨਾਮ ਕਿਰਪਾ ਨਿਦ, ਜਾਹੇ ਜਪੈ ਗਤ ਪਾਏ,
कल मैं एक नाम किरपा निद जाहे जपै गत पावै और धर्म ताकै सम नाहिन ਇਹ ਬਿਦ ਬੇਦ ਬਤਾਵੈ। ਕਹਿੰਦੇ ਜਦੋਂ ਵੀ ਜੀਵ ਪਰਮੇਸ਼ਰ ਦਾ ਨਾਮ ਜਪੇ ਫਿਰ ਜੀਵ ਸਭ ਤੋਂ ਉੱਚੀ ਪਰਮਗਤ ਦੀ ਅਵਸਥਾ ਪਾ ਲੈਂਦਾ, ਜਿੱਥੇ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ। ਕਹਿੰਦੇ ਇਹੀ ਇੱਕ ਚੀਜ਼ ਆ ਪਰਮੇਸ਼ਰ ਦਾ ਨਾਮ ਜਪਣਾ। ਪਰਮੇਸ਼ਰ ਦੇ ਨਾਮ ਜਪਣ ਦੇ ਬਰਾਬਰ ਹੋਰ ਕੋਈ ਕਰਮ ਧਰਮ ਨਹੀਂ ਹੈ। ਕਹਿੰਦੇ ਵੇਦ ਵੀ ਸਾਰੇ ਇਹੀ ਗੱਲ ਦੱਸ ਰਹੇ ਨੇ, ਕਿਉਂਕਿ ਉਸ ਸਮੇਂ ਜ਼ਿਆਦਾ ਜਿਹੜੀ ਦੁਨੀਆ ਸੀ ਵੇਦ 'ਤੇ ਜ਼ਿਆਦਾ ਵਿਸ਼ਵਾਸ ਕਰਦੀ ਸੀ। ਇਸ ਕਰਕੇ ਫਿਰ ਪਰਮੇਸ਼ਰ ਜੀ ਗੁਰੂ ਜੀ ਆਪਣੇ ਵੇਦਾਂ ਤੋਂ ਵੀ ਉਹਨਾਂ ਨੂੰ ਦੱਸ ਰਹੇ ਨੇ ਕਿ ਵੀ ਤੁਸੀਂ ਭਾਈ ਵੇਦ ਤੋਂ ਵੀ ਜਾ ਕੇ ਪੁੱਛ ਲਓ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਕਹਿੰਦੇ ਭਾਈ ਜਿਹਨੂੰ ਪਰਮਾਤਮਾ ਕਹਿੰਦੇ ਨੇ ਉਹ ਸੁੱਖ ਦੁੱਖ ਤੋਂ ਰਹਿਤ ਹੈ, ਉਹ ਮਾਇਆ ਤੋਂ, ਬੰਧਨਾਂ ਤੋਂ, ਵਿਕਾਰਾਂ ਤੋਂ ਨਿਰਲੇਪ ਹੈ। ਕਹਿੰਦੇ ਉਹ ਤੁਹਾਡੇ ਅੰਦਰ ਹੀ ਵੱਸਦਾ ਹੈ। ਉਹ ਇਸ ਤਰ੍ਹਾਂ ਵੱਸਦਾ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਸਾਡਾ ਅਕਸ਼ ਆ ਜਾਂਦਾ, ਉਹ ਸਾਡੇ ਅੰਦਰ ਹਮੇਸ਼ਾ ਹੀ ਵੱਸ ਰਿਹਾ ਹੈ। ਕਹਿੰਦੇ ਉਹਦਾ ਨਾਮ ਜਪੋ, ਉਹਦਾ ਨਾਮ ਜਪਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਵੋਗੇ। ਇਹੀ ਸਾਡੇ ਲਈ ਸਭ ਤੋਂ ਉੱਚਾ ਕਰਨਯੋਗ ਕਰਮ ਹੈ। ਉਹਦਾ ਨਾਮ ਜਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਪਰਮੇਸ਼ਰ ਦੇ ਵਿੱਚ ਲੀਨਤਾ ਮਿਲ ਜਾਂਦੀ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।